ਜਿਹੜੇ ਕਿ ਉਚਾਰਨ ਦੇ ਆਧਾਰ ਤੇ ਆਪਾਂ ਵਰਗੀਕਰਨ ਕਰਦੇ ਹਾਂ ਵਿਅੰਜਨਾਂ ਦਾ। ਜਿਵੇਂ ਆਪਾਂ ਨੇ ਉਚਾਰਨ ਦੇ ਆਧਾਰ ਤੇ ਜਿਹੜੇ ਕਿ ਸਵਰ ਧੁਨੀਆਂ ਦਾ ਵਰਗੀਕਰਨ ਕੀਤਾ ਸੀ 3 ਆਧਾਰਾਂ ਤੇ। ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਜਿਹੜੇ ਕਿ ਗੋਲ ਤੇ ਅਗੋਲ ਸੀ, ਤੇ ਜਿਹੜੇ ਕਿ ਜੀਵ ਦੀ ਸਥਿਤੀ ਦੇ ਆਧਾਰ ਤੇ ਅਗਲੇ ਸਵਰ, ਪਿਛਲੇ ਸਵਰ, ਮੂਰਲੇ ਸਵਰ ਧੁਨੀਆਂ, ਤੇ ਜਿਹੜੇ ਕਿ ਜੀਵ ਦੀ ਉਚਾਈ ਦੇ ਆਧਾਰ ਤੇ ਸੀ ਉੱਚੇ ਸਵਰ, ਨੀਵੇਂ ਸਵਰ, ਅਰਧ ਨੀਵੇਂ, ਅਰਧ ਉੱਚੇ। ਠੀਕ ਹੈ, ਹੁਣ ਐਵੇਂ ਆਪਾਂ ਵਿਅੰਜਨ ਧੁਨੀਆਂ ਕਰਾਂਗੇ। ਵਿਅੰਜਨ ਧੁਨੀਆਂ ਵੀ 3 ਟਾਈਪ ਦੇ 3 ਪ੍ਰਕਾਰ ਨੇ ਇਹਨਾਂ ਦੇ। ਉਚਾਰਨ ਦੇ ਆਧਾਰ ਤੇ, ਉਚਾਰਨ ਅੰਗ ਦੇ ਆਧਾਰ ਤੇ 2 ਨੇ, ਉਚਾਰਨ ਸਥਾਨ ਦੇ ਆਧਾਰ ਤੇ 6 ਭਾਗ ਹੋਣਗੇ, ਉਚਾਰਨ ਵਿਧੀ ਦੇ ਆਧਾਰ ਤੇ 5 ਹੋਣਗੇ। ਠੀਕ ਹੈ, ਪਹਿਲਾਂ ਆਪਾਂ ਉਚਾਰਨ ਅੰਗ ਦੇ ਆਧਾਰ ਤੇ ਵਿਅੰਜਨਾਂ ਦੀ ਵੰਡ ਕਰਦੇ ਹਾਂ। ਤੁਹਾਨੂੰ ਸਟੂਡੈਂਟ ਇਹ ਕੁਐਸਚਨ ਅਲੱਗ-ਅਲੱਗ ਵੀ ਪੁੱਛੇ ਜਾ ਸਕਦੇ ਨੇ ਵੀ ਉਚਾਰਨ ਦੇ ਪੱਖ ਤੋਂ ਵਿਅੰਜਨਾਂ ਦੀ ਵੰਡ ਤਾਂ ਇਹ 3 ਹਿੱਸੇ ਹੋ ਗਏ। ਠੀਕ ਹੈ, ਫਿਰ ਤੁਹਾਨੂੰ ਅਲੱਗ ਤੋਂ ਪੁੱਛਿਆ ਜਾ ਸਕਦਾ ਕਿ ਉਚਾਰਨ ਸਥਾਨ ਦੇ ਆਧਾਰ ਤੇ ਜਿਹੜੇ ਕਿ ਵਿਅੰਜਨਾਂ ਦੀ ਵੰਡ ਕਰੋ, ਜਾਂ ਉਚਾਰਨ ਵਿਧੀ ਦੇ ਆਧਾਰ ਤੇ ਵਿਅੰਜਨਾਂ ਦੀ ਵੰਡ ਬਾਰੇ ਲਿਖੋ। ਠੀਕ ਹੈ, ਜਾਂ ਉਚਾਰਨ ਅੰਗ ਦੇ ਆਧਾਰ ਤੇ ਵਿਅੰਜਨਾਂ ਦੀ ਵੰਡ ਬਾਰੇ ਲਿਖੋ। ਹਾਂਜੀ, ਉਚਾਰਨ ਅੰਗ ਦੇ ਆਧਾਰ ਤੇ ਫੇਫੜਿਆਂ ਦੇ ਵਿੱਚੋਂ ਹੋ ਕੇ ਆਉਂਦੇ ਸਾਹ ਦੇ ਵਿੱਚ ਜਦੋਂ ਰੁਕਾਵਟ ਪੈਦਾ ਕਰਕੇ ਜਿਹੜੇ ਅੰਗ ਧੁਨੀ ਪੈਦਾ ਕਰਦੇ ਨੇ ਉਹਨਾਂ ਆਪਾਂ ਨੂੰ ਉਚਾਰਨ ਅੰਗ ਕਹਿੰਦੇ ਆ। ਭਾਵ ਕਿ ਉਚਾਰਨ ਅੰਗ ਕਿਹੜੇ ਨੇ? ਉਹ ਅੰਗ ਨੇ ਜਦੋਂ ਆਪਣੇ ਫੇਫੜਿਆਂ ਦੇ ਵਿੱਚੋਂ ਜਿਹੜੇ ਕਿ ਸਾਹ ਆਉਂਦਾ ਉਹਨੂੰ ਰੁਕਾਵਟ ਪੈਦਾ ਕਰਦੇ ਨੇ। ਠੀਕ ਹੈ, ਉਹਨੂੰ ਰੁਕਾਵਟ ਪੈਦਾ ਕਰਕੇ ਉਹ ਸਾਹ ਦੇ ਵਿੱਚ ਧੁਨੀ ਪੈਦਾ ਕਰਦੇ ਨੇ, ਉਹਨਾਂ ਨੂੰ ਆਪਾਂ ਉਚਾਰਨ ਅੰਗ ਕਹਿੰਦੇ ਆ। ਠੀਕ ਹੈ, ਇਹਨਾਂ ਨੂੰ ਆਪਾਂ 2 ਭਾਗਾਂ ਦੇ ਵਿੱਚ ਵੰਡਦੇ ਹਾਂ। ਇਹਨਾਂ ਦੇ ਵਿੱਚ ਆਉਂਦੇ ਕਿਹੜੇ ਨੇ? ਇਹਨਾਂ ਦੇ ਵਿੱਚ ਇਹੀ ਆਉਂਦੇ ਨੇ ਜੀਭ, ਹੇਠਲਾ ਜਵਾੜਾ, ਬੁੱਲ, ਠੀਕ ਹੈ, ਦੰਦ, ਜਵਾੜਾ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਉਚਾਰਨ ਅੰਗਾਂ ਦੇ ਵਿੱਚ। ਹਾਂਜੀ, ਉਚਾਰਨ ਅੰਗਾਂ ਨੂੰ ਜਿਹੜੇ ਕਿ ਆਪਾਂ 2 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ। ਉਚਾਰਨ ਅੰਗ ਨੇ ਜਿਹੜੇ ਇੱਕ ਚੁਸਤ ਉਚਾਰਕ ਤੇ ਇੱਕ ਸੁਸਤ ਉਚਾਰਕ। ਚੁਸਤ ਉਚਾਰਨ ਅੰਗ ਉਹ ਹੁੰਦੇ ਨੇ ਜਿਹੜੇ ਕਿ ਧੁਨੀ ਪੈਦਾ ਕਰਨ ਦੇ ਵਿੱਚ ਜਿਹੜੇ ਕਿ ਮੁੱਖ ਹਿੱਸਾ ਲੈਂਦੇ ਨੇ। ਜਿਹੜੇ ਉਚਾਰਕ ਅੰਗ ਸੁਸਤ ਉਚਾਰਕ ਅੰਗਾਂ ਨਾਲ ਛੋਹ ਕੇ ਜਾਂ ਖਹਿ ਕੇ ਵਿਅੰਜਨ ਧੁਨੀਆਂ ਪੈਦਾ ਕਰਦੇ ਨੇ। ਭਾਵ ਕਿ ਜਿਹੜੇ ਉਚਾਰਨ ਅੰਗ ਜਿਹੜੇ ਕਿ ਧੁਨੀਆਂ ਪੈਦਾ ਕਰਦੇ ਨੇ ਉਹਨਾਂ ਨੂੰ ਆਪਾਂ ਚੁਸਤ ਉਚਾਰਨ ਅੰਗ ਕਹਿੰਦੇ ਹਾਂ। ਜਿਵੇਂ ਕਿ ਜੀਭ ਆਪਾਂ ਜਦੋਂ ਉੱਪਰ ਨੀਚੇ ਹੁੰਦੀ ਆ, ਠੀਕ ਹੈ, ਤਾਂ ਆਪਣੇ ਜਿਹੜੇ ਕਿ ਆਪਣੀਆਂ ਧੁਨੀਆਂ ਬਣਦੀਆਂ ਨੇ ਸਵਰ ਧੁਨੀਆਂ ਉੱਚੀ ਨੀਵੀਂ। ਠੀਕ ਹੈ, ਜਾਂ ਜਦੋਂ ਜੀਭ ਦੀ ਸਥਿਤੀ ਅਗਲਾ ਹਿੱਸਾ ਕੰਮ ਕਰਦਾ ਜਾਂ ਪਿਛਲਾ ਜਾਂ ਵਿਚਕਾਰ ਵਾਲਾ, ਤਾਂ ਜਿਹੜੇ ਕਿ ਸਵਰ ਧੁਨੀਆਂ ਆਪਾਂ ਪੈਦਾ ਕੀਤੀਆਂ ਹੁੰਦੀਆਂ ਸੀ ਜਿਹੜੇ ਕਿ ਅਗਲੀਆਂ ਜਾਂ ਠੀਕ ਹੈ ਪਿਛਲੇ, ਮੂਰਲੇ ਜਾਂ ਵਿਚਕਾਰਲੇ। ਐਵੇਂ ਜਿਹੜੇ ਕਿ ਇਹ ਅੰਗ ਜੀਭ ਦੇ ਨਾਲ ਆਪਾਂ ਜਿਹੜੇ ਕਿ ਬਹੁਤ ਜਿਹੜੇ ਕਿ ਪ੍ਰੋਡਿਊਸ ਹੁੰਦੇ ਨੇ ਜਿਹੜੇ ਕਿ ਧੁਨੀਆਂ। ਤੇ ਹੇਠਲੇ ਜਵਾੜੇ ਦੇ ਨਾਲ, ਆਪਣੇ ਹੇਠਲੇ ਜਵਾੜੇ ਦੇ ਨਾਲ ਹੈ ਜਿਹੜੇ ਕਿ ਜੀਭ ਖਹਿ ਕੇ, ਠੀਕ ਹੈ, ਜਿਹੜੇ ਕਿ ਧੁਨੀਆਂ ਪੈਦਾ ਹੁੰਦੀਆਂ ਨੇ। ਤੇ ਬੁੱਲ ਕਦੋਂ ਆਪਣੇ ਗੋਲ ਹੁੰਦੇ ਨੇ, ਕਦੋਂ ਅਗੋਲ ਹੁੰਦੇ ਨੇ, ਤਾਂ ਇਹ ਵੀ ਜਿਹੜੇ ਕਿ ਹਿੱਸਾ ਲੈਂਦੇ ਨੇ। ਤਾਂ ਇਹਨਾਂ ਨੂੰ ਕਿਹਾ ਜਾਂਦਾ ਆਪਾਂ ਚੁਸਤ ਉਚਾਰਕ। ਤੇ ਅੱਗੇ ਹੈਗੇ ਨੇ ਸੁਸਤ ਉਚਾਰਕ, ਜਿਨ੍ਹਾਂ ਜਿਹੜੇ ਕਿ ਸੁਸਤ ਉਚਾਰਕ ਆਪਾਂ ਸ਼ਾਰਟ ਦੇ ਵਿੱਚ ਉਹ ਕਹਿ ਸਕਦੇ ਵੀ ਸੁਸਤ ਉਚਾਰਕ ਜਿਹੜੇ ਧੁਨੀਆਂ ਪੈਦਾ ਨਹੀਂ ਕਰਦੇ। ਠੀਕ ਹੈ, ਜਿਨ੍ਹਾਂ ਅੰਗਾਂ ਦੇ ਨਾਲ ਫੇਫੜਿਆਂ ਦੇ ਵਿੱਚੋਂ ਆਉਂਦੀ ਹਵਾ ਨੂੰ ਰੋਕਿਆ ਜਾਂਦਾ, ਠੀਕ ਹੈ, ਉਹਨਾਂ ਨੂੰ ਸੁਸਤ ਉਚਾਰਕ ਕਿਹਾ ਜਾਂਦਾ। ਭਾਵ ਕਿ ਇਹ ਹਵਾ ਨੂੰ ਰੋਕਦੇ ਨੇ ਬਟ ਉਹਨੂੰ ਅੱਗੇ ਪ੍ਰੋਡਿਊਸ ਨਹੀਂ ਕਰਦੇ। ਸੁਸਤ ਉਚਾਰਕਾਂ ਦੇ ਅੰਤਰਗਤ ਆਮ ਕਰਕੇ ਉਚਾਰਨ ਸਥਾਨ ਦੀ ਗੱਲ ਹੁੰਦੀ ਹੈ। ਠੀਕ ਹੈ, ਤਾਂ ਇਹਨਾਂ ਦੇ ਵਿੱਚ ਭਾਵ ਕਿ ਹਵਾ ਨੂੰ ਤਾਂ ਰੋਕ ਲੈਂਦੇ ਨੇ ਬਟ ਅੱਗੇ ਧੁਨੀ ਪ੍ਰੋਡਿਊਸ ਨਹੀਂ ਕਰਦੇ, ਧੁਨੀ ਪ੍ਰੋਡਿਊਸ ਸੁਸਤ ਉਚਾਰਕ ਕਰਦੇ ਨੇ। ਤਾਂ ਇਹਨਾਂ ਦੇ ਵਿੱਚ ਉੱਪਰਲਾ ਜਵਾੜਾ ਤੇ ਉੱਪਰਲੇ ਦੰਦ। ਸੁਸਤ ਉਚਾਰਕ ਕਿਹੜੇ ਨੇ? ਉੱਪਰਲੇ ਦੰਦ ਆਪਣੇ ਤੇ ਉੱਪਰਲਾ ਜਵਾੜਾ, ਇਹ ਹੈਗੇ ਨੇ ਸੁਸਤ ਉਚਾਰਕ। ਚੁਸਤ ਹੈਗੇ ਨੇ ਜੀਭ ਤੇ ਹੇਠਲਾ ਜਵਾੜਾ ਤੇ ਬੁੱਲ। ਤੇ ਇਹਨਾਂ ਦੇ ਵਰਗੀਕਰਨ ਵਾਲੇ ਤੁਸੀਂ ਐਵੇਂ ਜਿਹੜੇ ਕਿ ਚਾਰਟ ਵੀ ਬਣਾ ਸਕਦੇ ਹੋ। ਐਵੇਂ ਉਚਾਰਨ ਸਥਾਨ ਕਿਹੜੇ ਨੇ? ਠੀਕ ਹੈ, ਉਚਾਰਨ ਸਥਾਨ ਦੇ ਆਧਾਰ ਤੇ ਵਰਗੀਕਰਨ ਆ ਗਿਆ, ਤੇ ਉਚਾਰਨ ਵਿਧੀ ਦੇ ਆਧਾਰ ਤੇ ਵਰਗੀਕਰਨ। ਤੁਸੀਂ ਐਗਜ਼ਾਮ ਦੇ ਵਿੱਚ ਵੀ ਐਵੇਂ ਦੇ ਸਕਦੇ ਹੋ ਤਾਂ ਵਧੀਆ ਲੱਗਦਾ। ਠੀਕ ਹੈ, ਕੰਬਵਾ ਹੈਗਾ ਰਾ ਅੱਖਰ। ਤਾਂ ਆਪਾਂ ਨੇ ਦੇਖਿਆ ਕਿ ਉਚਾਰਨ ਸਥਾਨ ਦੇ ਆਧਾਰ ਤੇ ਜਿਹੜੇ ਕਿ 6 ਤਰੀਕੇ ਦੇ ਵਰਗੀਕਰਨ ਆ। ਹੁਣ ਆਪਾਂ ਇਹ ਕਰਦੇ ਹਾਂ ਵੀ 2 ਹੋਠੀ ਕਿਹੜੇ ਨੇ, ਦੰਤੀ ਕਿਹੜੇ ਨੇ, ਉਲਟ ਜੀਭੀ ਕਿਹੜੇ ਵਿਅੰਜਨ ਨੇ, ਤਾਲਵੀ ਵਿਅੰਜਨ ਕਿਹੜੇ ਨੇ, ਇਕੱਠੀ ਕਿਹੜੇ ਨੇ, ਸੁਰਜੰਤਰੀ ਕਿਹੜਾ। ਹਾਂਜੀ, ਉਚਾਰਨ ਸਥਾਨ ਦੇ ਆਧਾਰ ਤੇ ਜਿਹੜੇ ਕਿ ਵਰਗੀਕਰਨ 6 ਸ਼੍ਰੇਣੀ ਦੇ ਵਿੱਚ ਵੰਡਿਆ ਜਾਂਦਾ। ਇਹਦੇ ਵਿੱਚ ਆਉਣਗੇ ਕੰਠੀ, ਤਾਲਵੀ, ਮੁਰਦਨੀ ਭਾਵ ਕਿ ਉਲਟੀ ਜੀਭੀ, ਦੰਤੀ, ਹੋਠੀ, ਸੁਰਜੰਤਰੀ। ਹਾਂਜੀ, ਕੰਠੀ ਕਿਹੜੀਆਂ ਧੁਨੀਆਂ ਹੁੰਦੀਆਂ ਨੇ? ਕੰਠੀ ਦੇ ਵਿੱਚ ਕੱਕਾ, ਖੱਖਾ, ਗੱਗਾ, ਇਆਂ, ਠੀਕ ਹੈ, ਇਹ ਧੁਨੀਆਂ ਹੁੰਦੀਆਂ ਨੇ। ਇਹਨਾਂ ਦੇ ਵਿੱਚ ਜਦੋਂ ਇਹਨਾਂ ਦਾ ਉਚਾਰਨ ਹੁੰਦਾ ਹੈ, ਇਹਨਾਂ ਧੁਨੀਆਂ ਦਾ ਕਿਵੇਂ ਉਚਾਰਨ ਹੁੰਦਾ? ਜਦੋਂ ਆਪਾਂ ਮੂੰਹ ਦੇ ਵਿੱਚੋਂ ਬੋਲਦੇ ਹਾਂ, ਠੀਕ ਹੈ, ਉਚਾਰਨ ਕਰਦੇ ਹਾਂ, ਤਾਂ ਉਚਾਰਨ ਵੇਲੇ ਜਿਹੜੇ ਕਿ ਆਪਣਾ ਜੀਭ ਦਾ ਪਿਛਲਾ ਪਾਸਾ ਹੈ ਉਹ ਆਪਣੇ ਕੋਮਲ ਤਾਲੂ ਨਾਲ ਸਪਰਸ਼ ਕਰਦਾ। ਭਾਵ ਕਿ ਉਹਨੂੰ ਕੋਮਲ ਤਾਲੂ ਨੂੰ ਟੱਚ ਕਰਦਾ ਆਪਣਾ ਜੀਭ ਦਾ ਪਿਛਲਾ ਪਾਸਾ, ਤਾਂ ਹਵਾ ਰੁਕਦੀ ਆ। ਤਾਂ ਉਹਦੇ ਨਾਲ ਕਿਹੜੀ ਧੁਨੀਆਂ ਪੈਦਾ ਹੁੰਦੀਆਂ ਨੇ? ਕੰਠੀ। ਜਿਹਦੇ ਵਿੱਚੋਂ ਕੰਠੀ ਦੇ ਵਿੱਚੋਂ ਕੱਕੇ ਵਾਲੀ ਲਾਈਨ ਹੀ ਕੰਠੀ ਆ। ਕੱਕੇ ਤੋਂ ਕੰਠੀ ਯਾਦ ਰਹਿ ਜੂਗਾ। ਕੱਕਾ, ਖੱਖਾ, ਗੱਗਾ, ਘੱਗਾ ਨਹੀਂ ਹੈਗਾ ਅੱਗੇ। ਠੀਕ ਹੈ, ਅੱਗੇ
ਅੰਕਾਂ ਵੀ ਬੋਲ ਦਿੰਦੇ ਨੇ ਇਹਨੂੰ, ਠੀਕ ਹੈ, ਇਹ ਵਾਲੀ ਆ। ਹਾਂਜੀ, ਤਾਲਵੀ ਧੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਜਿਹੜੀ ਸਾਹ ਦੀ ਹਵਾ ਉਹਨਾਂ ਨੂੰ ਆਪਣਾ ਦੰਦ ਪਠਾਰ ਕੀ ਹੋ ਗਿਆ ਆਪਣੇ ਜਿਹੜੇ ਕਿ ਦੰਦਾਂ ਦੇ ਬੁੱਟ, ਦੰਦਾਂ ਦੇ ਜਿਹੜੇ ਆਪਣੇ ਬੁੱਟ ਨੇ, ਦੰਦਾਂ ਦੇ ਬੁੱਟ, ਠੀਕ ਹੈ, ਦੰਦਾਂ ਦੇ ਬੁੱਟ ਤੋਂ ਸਖਤ ਤਾਲੂ ਤੇ ਸਖਤ ਜਿਵੇਂ ਆਹ ਦੰਦਾਂ ਦੇ ਬੁੱਟ ਨੇ, ਇੱਥੇ ਸਖਤ ਤਾਲੂ ਹੈ, ਠੀਕ ਹੈ, ਇਹਨਾਂ ਦੇ ਦਰਮਿਆਨ ਜਿਹੜਾ ਜੀਭ ਦਾ ਬਲੇਡ ਆ ਉਹਦੇ ਰਾਹੀਂ ਜਦੋਂ ਜਿਹੜੇ ਕਿ ਹਵਾ ਨੂੰ ਰੋਕਿਆ ਜਾਂਦਾ, ਵੀ ਇੱਧਰੋਂ ਹਵਾ ਆ ਰਹੀ ਹੈ, ਠੀਕ ਹੈ, ਇੱਧਰੋਂ ਦੰਦ ਦਾ ਬੁੱਟਾ, ਇੱਧਰੋਂ ਆਪਣੀ ਜਿਹੜੇ ਕਿ ਸਖਤ ਤਾਲੂ ਹੈ, ਇੱਥੇ ਜਿਹੜੇ ਕਿ ਜੀਭ ਦੇ ਮੱਧ ਦੇ ਵਿੱਚ ਇਹਨਾਂ ਨੂੰ ਜਿਹੜੀ ਸਾਹ ਤੋਂ ਆਉਂਦੀ ਹਵਾ ਉਹਨੂੰ ਰੋਕਿਆ ਜਾਂਦਾ, ਤਾਂ ਉਸ ਸਮੇਂ ਤਾਲਵੀ ਜਿਹੜੇ ਕਿ ਧੁਨੀਆਂ ਪੈਦਾ ਹੁੰਦੀਆਂ ਨੇ, ਜਿਵੇਂ ਕਿ ਇਹਦੇ ਵਿੱਚ ਚੱਚਾ, ਛੱਛਾ, ਜੱਜਾ, ਸੱਸੇ ਪੈਰ ਬਿੰਦੀ, ਠੀਕ ਹੈ, ਛੱਛਾ, ਇਹ ਭਾਵ ਕਿ ਤੁਸੀਂ ਇਹਨਾਂ ਨੂੰ ਚੱਚੇ ਵਾਲੀ ਲਾਈਨ ਹੈ ਜਿਹੜੀ ਕਿ ਤਾਲਵੀ ਹੈ, ਯਾਦ ਰੱਖਣਾ ਕਿ ਤਾਲਵੀ ਚੱਚੇ ਵਾਲੀ ਲਾਈਨ ਹੈਗੀ ਆ ਤੇ ਕੰਠੀ ਕੱਕੇ ਵਾਲੀ ਲਾਈਨ ਆ। ਅੱਗੇ ਹੈਗਾ ਮੁਰਦਨੀ ਭਾਵ ਕਿ ਉਲਟ ਜੀਵੀ, ਹਾਂਜੀ, ਉਲਟ ਜੀਵੀ ਵਿਅੰਜਨ ਉਹ ਹੁੰਦੇ ਨੇ ਜਦੋਂ ਜਿਨ੍ਹਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜਿਹੜੀ ਕਿ ਜੀਭ ਦੀ ਨੋਕ ਪੁੱਠੇ ਪਾਸਿਓਂ ਸਖਤ ਤਾਲੂ ਨਾਲ, ਜਿਵੇਂ ਕਿ ਆਪਣਾ ਆਹ ਸਖਤ ਤਾਲੂ ਹੈ, ਠੀਕ ਹੈ, ਆਹ ਆਪਣੀ ਜੀਭ ਹੈ, ਆਪਣੀ ਜੀਭ ਜਦੋਂ ਆਪਾਂ ਟੈਂਕਾ ਠੱਠਾ ਜਿਹਾ ਬੋਲਦੇ ਤਾਂ ਆਪਣੀ ਜੀਭ ਐ ਉਲਟ ਹੋ ਜਾਂਦੀ ਹੈ, ਤਾਂ ਇਹਦੇ ਨਾਲ ਜਿਹੜੇ ਕਿ ਇਹਦੇ ਨਾਲ ਜੁੜ ਕੇ ਜਿਹੜੇ ਕਿ ਹਵਾ ਨੂੰ ਇੱਥੋਂ ਜਿਹੜੀ ਹਵਾ ਆ ਰਹੀ ਉਹਨੂੰ ਰੋਕਦੀ ਹੈ, ਠੀਕ ਹੈ, ਤਾਂ ਉਸ ਸਮੇਂ ਕਿਹੜੀ ਧੁਨੀ ਪੈਦਾ ਹੁੰਦੀ ਹੈ? ਉਲਟ ਜੀਵੀ ਭਾਵ ਕਿ ਮੁਰਦਨੀ, ਠੀਕ ਹੈ, ਉਲਟ ਜੀਵੀ ਤੇ ਮੁਰਦਨੀ ਇੱਕੋ ਗੱਲ ਹੈ, ਠੀਕ ਹੈ, ਜਦੋਂ ਭਾਵ ਕਿ ਆਪਣੀ ਜੀਭ ਇਨ ਸ਼ਾਰਟ ਦੇ ਵਿੱਚ ਇਹ ਕਹਿ ਸਕਦੇ ਵੀ ਜਦੋਂ ਆਪਣੀ ਜੀਭ ਉਲਟ ਜਾਂਦੀ ਹੈ, ਠੀਕ ਹੈ, ਜਿਵੇਂ ਤੁਸੀਂ ਬੋਲਦੇ ਹੋ, ਬੋਲ ਕੇ ਦੇਖੋ, ਟੈਂਕਾ ਠੱਠਾ ਡੱਡਾ, ਠੀਕ ਹੈ, ਟੈਂਕਾ ਠੱਠਾ ਡੱਡਾ, ਨਾਣਾ, ਰਾੜਾ, ਲੱਲੇ ਪੈਰ ਬਿੰਦੀ, ਠੀਕ ਹੈ, ਲ, ਤਾਂ ਆਪਣੀ ਜੀਭ ਜਿਹੜੀ ਕਿ ਉਲਟੀ ਹੋ ਜਾਂਦੀ, ਤੇ ਕਿਹੜੀ ਨੇ? ਮੁਰਦਨੀ ਨੇ, ਉਲਟ ਜੀਵੀ। ਅੱਗੇ ਹੈਗਾ ਦੰਤੀ ਵਿਅੰਜਨ ਉਹ ਨੇ ਜਿਨ੍ਹਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜੀਭ ਦੀ ਨੋਕ ਦੁਆਰਾ ਉੱਪਰਲੇ ਦੰਦਾਂ ਦੇ ਪਿਛਲੇ ਪਾਸੇ, ਜਿਵੇਂ ਕਿ ਆਹ ਆਪਣਾ ਜਿਹੜੇ ਕਿ ਜਵਾੜਾ, ਠੀਕ ਹੈ, ਆਹ ਆਪਣੇ ਉੱਪਰਲੇ ਦੰਦ ਨੇ, ਜਿਹੜੀ ਆਹ ਜੀਭ ਹੈ, ਠੀਕ ਹੈ, ਜੀਭ ਦੀ ਨੋਕ ਆ ਜਿਹੜੀ ਕਿ ਉੱਪਰਲੇ ਦੰਦਾਂ ਨਾਲ ਛੋਹ ਕੇ ਜਿਹੜੀ ਕਿ ਇੱਧਰੋਂ ਆਉਂਦੀ ਹੈ ਹਵਾ ਉਹਨੂੰ ਰੋਕ ਲੈਂਦੀ ਹੈ, ਠੀਕ ਹੈ, ਉਹ ਭਾਵ ਕਿ ਇਨ ਸ਼ਾਰਟ ਦੇ ਵਿੱਚ ਜਦੋਂ ਤੁਹਾਡੀ ਜੀਭ ਆ ਜਿਹੜੀ ਕਿ ਜੀਭ ਦੀ ਨੋਕ ਉੱਪਰਲੇ ਦੰਦਾਂ ਦੇ ਪਿਛਲੇ ਪਾਸੇ ਨੂੰ ਜਿਹੜੀ ਕਿ ਛੋਹ ਕੇ ਜਿਹੜੇ ਕਿ ਵਿਅੰਜਨ ਧੁਨੀਆਂ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਦੰਤੀ। ਜਿਵੇਂ ਕਿ ਇਹਦੇ ਵਿੱਚ ਤੱਤਾ, ਤੁਸੀਂ ਬੋਲ ਕੇ ਦੇਖੋ, ਤੁਹਾਡੇ ਜੇ ਤੁਸੀਂ ਬੋਲੋਗੇ ਨਾ ਤੁਹਾਡੀ ਜੀਭ ਦੀ ਜਿਹੜੀ ਨੋਕ ਆ ਅੰਦਰਲੇ ਜਿਹੜੇ ਤੁਹਾਡੇ ਉੱਪਰਲੇ ਦੰਦ ਨੇ ਉਹਨਾਂ ਦੇ ਅੰਦਰਲੇ ਪਾਸੇ ਜਿਹੜੇ ਕਿ ਛੂਹੂਗੀ। ਤੱਤਾ, ਥੱਥਾ, ਦੱਦਾ, ਨੰਨਾ, ਰਾਰਾ, ਲੱਲਾ, ਸੱਸਾ, ਠੀਕ ਹੈ, ਇਹਨੇ ਦੰਤੀ। ਜਿੰਨਾ ਬੋਲ ਕੇ ਦੇਖੋਗੇ ਉਹਨਾਂ ਤੁਹਾਨੂੰ ਪਤਾ ਲੱਗੂਗਾ। ਇਹਦੇ ਵਿੱਚ ਤੁਸੀਂ ਨਾ ਕਰੋ, ਇਹਨਾਂ ਦੇ ਵਿੱਚ ਤੱਤਾ, ਥੱਥਾ, ਦੱਦਾ ਸ਼ੁੱਧ ਦੰਤੀ ਨੇ, ਨੰਨਾ, ਰਾਰਾ, ਲੱਲਾ, ਸੱਸਾ ਉਚਾਰਨ ਦੰਤੀ ਪਠਾਰਾ, ਠੀਕ ਹੈ, ਰਹਿਣ ਦਿਓ ਇਹਨਾਂ ਨੂੰ। ਅੱਗੇ ਹੈਗੇ ਨੇ ਹੋਠੀ, ਜਿਨ੍ਹਾਂ ਨੂੰ ਆਪਾਂ ਦੋ ਹੋਠੀ ਵੀ ਕਹਿੰਦੇ ਹਾਂ, ਦੋ ਹੋਠੀ ਵੀ ਕਿਹਾ ਜਾਂਦਾ। ਇਹਨਾਂ ਦੇ ਵੇਲੇ ਜਿਹੜੇ ਕਿ ਆਪਣੇ ਬੁੱਲਾਂ ਦੁਆਰਾ ਰੋਕ ਕੇ ਛੱਡੇ ਜਾਂਦੇ, ਜਿਹੜੀ ਆਪਣੀ ਹਵਾ ਮੂੰਹ ਦੇ ਵਿੱਚੋਂ ਜਿਹੜੀ ਹਵਾ ਆਉਂਦੀ ਹੈ, ਜਿਹੜੇ ਆਪਣੇ ਜਿਹੜੇ ਕਿ ਉੱਪਰਲਾ ਬੁੱਲਾ ਨਿਚਲਾ ਬੁੱਲਾ, ਇਹਨਾਂ ਦੋਨਾਂ ਦੁਆਰਾ ਜਿਹੜੀ ਕਿ ਬੁੱਲਾਂ ਦੁਆਰਾ ਜਿਹੜੀ ਆਉਂਦੀ ਹਵਾ ਨੂੰ ਰੋਕ ਲਿਆ ਜਾਂਦਾ, ਠੀਕ ਹੈ, ਆਪਣੇ ਦੋਨੇ ਬੁੱਲਾਂ ਦੇ ਉਚਾਰਨ ਨਾਲ ਜਿਹੜੀ ਕਿ ਧੁਨੀਆਂ ਪੈਦਾ ਹੁੰਦੀਆਂ ਨੇ ਹਵਾ ਨੂੰ ਰੋਕ ਕੇ, ਉਹਨੂੰ ਕਹਿੰਦੇ ਨੇ ਹੋਠੀ। ਜਿਵੇਂ ਤੁਸੀਂ ਬੋਲ ਕੇ ਦੇਖੋ, ਆਪਣੇ ਦੋਨੇ ਹੋਠ ਆ ਜਿਹੜੇ ਕਿ ਇੱਕੋ ਦਮ ਮਿਚ ਕੇ ਆਪਣੇ ਸ਼ਬਦਾਂ ਨੂੰ ਛੱਡਦੇ ਨੇ। ਪੱਪਾ ਦੇਖੋ, ਜੇ ਤੁਸੀਂ ਪੱਪਾ ਬੋਲਿਆ ਤਾਂ ਤੁਹਾਡੇ ਜਿਹੜੇ ਕਿ ਬੁੱਲ ਉੱਪਰਲਾ ਨਿਚਲਾ ਆਪਸ 'ਚ ਟੱਚ ਹੋਏ, ਠੀਕ ਹੈ, ਫਿਰ ਤੁਸੀਂ ਮਤਲਬ ਕਿ ਮੂੰਹ ਖੋਲ੍ਹਿਆ ਤਾਂ ਉਸ ਸਮੇਂ ਧੁਨੀ ਪੈਦਾ ਹੁੰਦੀ ਹੈ ਜਿਹੜੀ ਕਿ ਉਹ ਹੁੰਦੇ ਨੇ ਹੋਠੀ। ਪੱਪਾ, ਫੱਫਾ, ਬੱਬਾ, ਮੰਮਾ, ਫੱਫੇ ਪੈਰ ਬਿੰਦੀ ਨਾਲ ਆਪਾਂ ਫ ਬੋਲਾਂਗੇ, ਠੀਕ ਹੈ, ਤਾਂ ਉਹ ਕਿਹੜੇ ਨੇ? ਹੋਠੀ। ਜਿੰਨਾ ਬੋਲ ਕੇ ਦੇਖੋਗੇ ਉਹਨਾਂ ਦਾ ਤੁਹਾਨੂੰ ਸਮਝ ਲੱਗੂਗਾ। ਅੱਗੇ ਹੈਗਾ ਸੁਰਜੰਤਰੀ ਜਾਂ ਕੰਡੀ, ਜਿਹਨੂੰ ਗਲੋਟਲ ਵੀ ਕਹਿੰਦੇ ਨੇ। ਹਾਹਾ, ਇਹਦੇ ਵਿੱਚ ਹਾਹਾ ਜਿਹੜੇ ਕਿ ਉਚਾਰਨ ਸਥਾਨ ਸੰਘ ਦੇ ਵਿੱਚ ਸਾਹ ਨਾਲੀ ਦੇ ਉਤਲੇ ਸਿਰੇ ਦਾ ਜਿਹੜੇ ਕਿ ਮੂੰਹ ਹੈ, ਉਚਾਰਨ ਸਥਾਨ ਸੰਘ ਭਾਵ ਕੀ ਹੈ? ਆਪਣੀ ਸਾਹ ਨਾਲੀ ਦੇ ਜਿਹੜੇ ਕਿ ਉਤਲੇ ਸਿਰੇ ਦਾ ਮੂੰਹ ਨੂੰ ਆਪਾਂ ਨੂੰ ਸੰਘ ਕਹਿੰਦੇ ਆ। ਇਹਨੂੰ ਕੰਠ ਦੁਆਰਾ ਜਾਂ ਕੰਡੀ ਦਾ ਮੂੰਹ ਵੀ ਕਿਹਾ ਜਾਂਦਾ ਹੈ। ਜਿਹੜਾ ਸੁਰਜੰਤਰੀ ਹਾਹਾ ਹੈ, ਇਹਦੇ ਉਚਾਰਨ ਵੇਲੇ ਸਾਹ ਦੀ ਹਵਾ ਰੁਕਦੀ ਨਹੀਂ, ਪਰ ਸਾਹ ਦਾ ਜਿਹੜੇ ਕਿ ਪ੍ਰਵਾਹ ਵੀ ਕਾਇਮ ਨਹੀਂ ਰਹਿੰਦਾ, ਭਾਵੇਂ ਨਾ ਸਾਹ ਰੁਕਦਾ, ਨਾ ਜਿਹੜੇ ਕਿ ਸਾਹ ਦਾ ਪ੍ਰਵਾਹ ਜਿਹੜੇ ਕਿ ਕਾਇਮ ਰਹਿੰਦਾ। ਅਸਲ ਦੇ ਵਿੱਚ ਜਦੋਂ ਇਹ ਧੁਨੀ ਆਪਾਂ ਹਾਹਾ ਉਚਾਰਦੇ ਹਾਂ ਤਾਂ ਉਚਾਰਨ ਵੇਲੇ ਜਿਹੜੇ ਕਿ ਗਲੇ ਵਿੱਚ ਵਿਚਲੀ ਥਾਂ ਸੋੜੀ ਹੋ ਜਾਂਦੀ, ਭਾਵ ਕਿ ਘਟ ਜਾਂਦੀ ਹੈ, ਗਲੇ ਵਿਚਲੀ ਥਾਂ ਜਿਹੜੀ ਕਿ ਉਹ ਘਟ ਜਾਂਦੀ ਹੈ, ਐਂ ਸੁੰਗੜ ਜਾਂਦੀ ਹੈ, ਠੀਕ ਹੈ, ਘਟ ਜਾਂਦੀ ਹੈ, ਸੋੜੀ ਹੋ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਸੁਰਜੰਤਰੀ ਘੰਡੀ ਜਾਂ ਗਲੋਟਲ ਕਿਹੜਾ? ਹਾਹਾ। ਇਹਨੂੰ ਤੁਸੀਂ ਬੋਲ ਕੇ ਦੇਖੋ, ਹਾਹਾ। ਅਗਲਾ ਆਪਾਂ ਕਰਾਂਗੇ ਉਚਾਰਨ ਵਿਧੀ ਜਾਂ ਢੰਗ ਦੇ ਆਧਾਰ ਤੇ ਵਰਗੀਕਰਨ। ਉਚਾਰਨ ਵਿਧੀ ਜਾਂ ਉਚਾਰਨ ਢੰਗ ਦੇ ਆਧਾਰ ਤੇ ਫਿਰ ਆਪਾਂ ਨੂੰ ਸਾਰਿਆਂ ਨੂੰ ਇੱਕ ਚਾਰਟ ਤੇ ਦਰਸਾਵਾਂਗੇ। ਹਾਂਜੀ, ਉਚਾਰਨ ਵਿਧੀ ਜਾਂ ਉਚਾਰਨ ਢੰਗ ਦੇ ਆਧਾਰ ਤੇ ਜਿਹੜੇ ਕਿ ਸਭ ਤੋਂ ਪਹਿਲਾਂ ਹੁੰਦੇ ਨੇ ਅਡਕਵੇਂ ਵਿਅੰਜਨ ਤੇ ਡਕਵੇਂ ਵਿਅੰਜਨ। ਅਡਕਵੇਂ ਤੇ ਡਕਵੇਂ ਆਪਾਂ ਹੁਣੀ ਕਰ ਚੁੱਕੇ ਹਾਂ, ਹਨਾ,
ठीक है, तुसीं इहनूं ऐड कर लेना अडकमे व्यंजन ते डकमे व्यंजन, ये आपां ने हुणी कीते ही क्वेश्चन ये। ਤਾਂ ਡਕਵੇਂ ਅਡਕਵੇਂ व्यंजन तो अगला पॉइंट हाँ जी अगे हैगा नासकी व्यंजन, जिन्हां ਧੁਨੀਆਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੱਕ ਪੋੜ ਰਾਹੀਂ ਬਾਹਰ ਨਿਕਲਦੀ ਹੈ। ਭਾਵ ਕਿ ਜਿਨ੍ਹਾਂ ਧੁਨੀਆਂ ਨੂੰ ਆਪਾਂ ਨੱਕ ਦੇ ਰਾਹੀਂ ਉਚਾਰਦੇ, ਨੱਕ ਰਾਹੀਂ ਹਵਾ ਬਾਹਰ ਆਉਂਦੀ ਹੈ, ਆਪਣੇ ਮੂੰਹ ਰਾਹੀਂ ਨਹੀਂ, ਉਹਨੂੰ ਆਪਾਂ ਨਾਸਕੀ व्यंजन ਕਹਿੰਦੇ ਆ। ਪੰਜਾਬੀ ਦੇ ਵਿੱਚ 5 ਨਾਸਕੀ व्यंजन ਨੇ, ਠੀਕ ਆ 5, ਤੇ ਇਹਨਾਂ ਦੇ ਵਿੱਚੋਂ 5 ਨਾਸਕੀ व्यंजन ਕਿਹੜੇ ਨੇ, ਬਾਕੀ ਮੌਖਿਕ ਭਾਵ ਕਿ 5 ਨਾਸਕੀ ਨੇ, ਨੱਕ ਰਾਹੀਂ ਆਵਾਜ਼ ਆਉਂਦੀ ਹੈ, ਬਾਕੀ ਮੂੰਹ ਦੇ ਰਾਹੀਂ ਆਉਂਦੀ ਹੈ। ਤਾਂ ਇਹ ਕੱਕੇ ਵਾਲੀ ਲਾਈਨ ਦੇ ਵਿੱਚੋਂ ਲਾਸਟ ਵਾਲਾ, ਠੀਕ ਹੈ, ਲਾਸਟ ਵਾਲਾ ਅੱਖਰ ਹੈਗਾ ਪੰਜਵਾਂ, ਤੇ ਚੱਚੇ ਵਾਲੀ ਲਾਈਨ ਚੋਂ ਵੀ ਲਾਸਟ ਵਾਲਾ ਪੰਜਵਾਂ ਅੱਖਰ, ਟੈਂਕੇ ਵਾਲੀ ਲਾਈਨ ਚੋਂ ਵੀ ਲਾਸਟ ਵਾਲਾ ਪੰਜਵਾਂ ਅੱਖਰ, ਤੱਤੇ ਵਾਲੀ ਲਾਈਨ ਚੋਂ ਵੀ ਲਾਸਟ ਵਾਲਾ ਅੱਖਰ, ਠੀਕ ਹੈ, ਪੱਪੇ ਵਾਲੀ ਚੋਂ ਵੀ ਲਾਸਟ ਵਾਲਾ ਅੱਖਰ। ਇਹ 5 ਨਾਸਕੀ व्यंजन ਨੇ, ਤੇ ਇਹ ਹੈਗੇ ਨੇ ਮੰਮਾ ਨਾਣਾ ਨਾਣਾ, ਮੰਮਾ ਨੰਨਾ ਨਾਣਾ, ਠੀਕ ਹੈ, ਮੰਮਾ ਨੰਨਾ ਨਾਣਾ, ਅੰਕਾ ਅਈਆਂ, ਠੀਕ ਹੈ, ਇਹ ਨੇ 5 ਨਾਸਕੀ। ਅੱਗੇ ਹੈਗਾ ਪਾਸੇਦਾਰ व्यंजन, ਇਹਨਾਂ ਦੇ ਵਿੱਚ ਪੰਜਾਬੀ ਵਿੱਚ ਲੱਲਾ ਤੇ ਲੱਲੇ ਪੈਰ ਬਿੰਦੀ ਲ ਲ ਲ ਲ 2 ਪਾਸੇਦਾਰ व्यंजन ਨੇ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦੀ ਨੋਕ ਦੰਦ ਪਠਾਰ ਨਾਲ ਸਪਰਸ਼ ਕਰਕੇ ਹਵਾ ਨੂੰ ਰੋਕਦੀ ਹੈ। ਭਾਵ ਕਿ ਆਪਣੀ ਜੀਭ ਆ ਜਿਹੜੀ ਕਿ ਦੰਦ ਪਠਾਰ ਨੇ, ਆਪਣੇ ਦੰਦਾਂ ਦੇ ਜਿਹੜੇ ਬੁੱਟ ਨੇ, ਉਹਨਾਂ ਨਾਲ ਛੂਹ ਕੇ ਉਹਨਾਂ ਨੂੰ ਟੱਚ ਕਰਕੇ ਹਵਾ ਨੂੰ ਰੋਕਦੀ ਹੈ। ਪਰ ਇਹ ਹਵਾ ਜੀਭ ਦੇ ਦੋਨਾਂ ਪਾਸਿਆਂ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ। ਭਾਵ ਕਿ ਜਦੋਂ ਆਪਾਂ ਤੁਸੀਂ ਬੋਲ ਕੇ ਦੇਖੋ ਲੱਲਾ, ਤੁਹਾਡੀ ਜਿਹੜੀ ਜੀਭ ਆ ਉਹ ਤਾਂ ਤੁਹਾਡੇ ਦੰਦਾਂ ਦਾ ਜਿਹੜਾ ਪਠਾਰ ਹੈ, ਦੰਦ ਪਠਾਰ ਆ, ਦੰਦਾਂ ਦੇ ਬੁੱਟ ਨੇ, ਉਹਨਾਂ ਨਾਲ ਛੋ ਰਹੀ ਹੈ, ਠੀਕ ਹੈ, ਬਟ ਹਵਾ ਜਿਹੜੀ ਕਿ ਐ ਸਾਈਡ ਦੇ ਵਿੱਚੋਂ ਨਿਕਲ ਜਾਂਦੀ ਹੈ। ਤਾਂ ਉਹ ਕਿਹੜੀ ਹੋ ਜਾਣਗੇ, ਉਹ ਹੋਣਗੇ ਤੁਹਾਡੇ ਜਿਹੜੇ ਕਿ ਆਪਣੇ ਵਿਅੰਜਨ ਨੇ ਉਹ ਪਾਰਸ਼ਵਿਕ, ਲੱਲਾ ਲੱਲ ਲੱਲਾ ਲ, ਐਵੇਂ ਬੋਲ ਕੇ ਦੇਖਿਓ। ਅੱਗੇ ਹੈਗਾ ਕੰਬਵਾ व्यंजन, ਪੰਜਾਬੀ ਦੇ ਵਿੱਚ ਰਾਰਾ ਕੰਬਵਾ ਧੁਨੀ ਹੈ, ਤੇ ਜਿਨ੍ਹਾਂ ਦੇ ਉਚਾਰਨ ਵੇਲੇ ਜੀਭ ਦੇ ਵਿੱਚ ਕੰਬਾ ਪੈਦਾ ਹੁੰਦਾ ਰ। ਜੇ ਤੁਸੀਂ ਰਾਰਾ ਬੋਲਦੇ ਹੋ ਨਾ ਰ, ਤਾਂ ਤੁਹਾਡੀ ਜੀਭ ਆ ਜਿਹੜੀ ਕਿ ਉਹ ਕੰਬਦੀ ਆ, ਠੀਕ ਹੈ, ਜੀਭ ਬਾਰ-ਬਾਰ ਬੁੱਟਾਂ ਨੂੰ ਛੋਂਦੀ ਆ ਰ, ਤਾਂ ਉੱਥੇ ਹੋਊਗਾ ਕੰਬਵਾ। ਫਟਕਮਾ ਪੰਜਾਬੀ ਦੇ ਵਿੱਚ ਰਾੜਾ ਫਟਕਮਾ व्यंजन ਹੈ, ਇਸ ਧੁਨੀ ਦੇ ਉਚਾਰਨ ਵੇਲੇ ਜੀਭ ਤਾਲੂ ਨਾਲ ਛੂ ਕੇ ਫਟਕਵੇਂ ਨਾਲ ਹੇਠਾਂ ਮੁੜਦੀ ਹੈ, ਭਾਵ ਕਿ ਐਵੇਂ ਇੱਕੋ ਦਮ ਨੀਚੇ ਉੱਠਦੀ ਆ, ਤਾਂ ਉਹ ਫਟਕਮਾ। ਰਾੜਾ, ਠੀਕ ਹੈ, ਤੁਸੀਂ ਐਵੇਂ ਬੋਲ ਕੇ ਦੇਖੋ, ਇੱਕੋ ਦਮ ਜਿਹੜੀ ਕਿ ਫਟਕ ਕੇ ਬਾਹਰ ਭਾਵ ਕਿ ਅੱਗੇ ਆਉਂਦੀ ਹੈ, ਆਪਣੀ ਤਾਲੂ ਤੋਂ ਛੋ ਕੇ ਇੱਕੋ ਦਮ ਫਟਕ ਕੇ ਬਾਹਰ ਆਉਂਦੀ ਹੈ। ਅੱਗੇ ਹੈਗੇ ਨੇ ਖੈਮੇ व्यंजन, ਪੰਜਾਬੀ ਦੇ ਵਿੱਚ ਸੱਸਾ ਸ਼ ਤੇ ਹ, ਇਹਨੇ ਖੈਮੇ व्यंजन। ਇਹਨਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਉਚਾਰਨ ਅੰਗਾਂ ਨਾਲ ਖਹਿੰਦੀ ਹੋਈ ਬਾਹਰ ਨੂੰ, ਭਾਵ ਕਿ ਜਿਹੜੇ ਆਪਣੇ ਉਚਾਰਨ ਅੰਗ ਨੇ ਉਹਨਾਂ ਨਾਲ ਖਹਿੰਦੀ ਹੋ ਕੇ ਬਾਹਰ ਨਿਕਲਦੀ ਆ, ਠੀਕ ਹੈ, ਤਾਂ ਉਹਨਾਂ ਨੂੰ ਆਪਾਂ ਕਹਿੰਦੇ ਖੈਮੇ व्यंजन। ਤੇ ਇਹਨਾਂ ਖੈਮੇ व्यंजनां ਨੂੰ ਊਸ਼ਮ ਧੁਨੀਆਂ ਵੀ ਕਿਹਾ ਜਾਂਦਾ, ਠੀਕ ਹੈ, ਇਹਨਾਂ ਨੂੰ ਊਸ਼ਮ ਧੁਨੀਆਂ ਵੀ ਕਹਿੰਦੇ ਨੇ, ਸੱਸਾ ਸ਼ ਹ, ਠੀਕ ਹੈ। ਅੱਗੇ ਹੈ ਨੇ ਸਰਕਮੇ ਜਾਂ ਖਿਸਕਵੇਂ व्यंजन, ਪੰਜਾਬੀ ਦੇ ਵਿੱਚ ਜਈਆ ਤੇ ਵਾਵਾ ਉਹ ਕਿਹੜੇ ਨੇ, ਸਰਕਮੇ ਜਾਂ ਖਿਸਕਵੇਂ, ਤੇ ਇਹਨਾਂ ਨੂੰ ਸਰਕਮੇ ਜਾਂ ਖਿਸਕਵੇਂ ਤੋਂ ਇਲਾਵਾ ਅਰਧ ਸਵਰ ਵੀ ਕਹਿੰਦੇ ਆ ਜਈਏ ਤੇ ਵਾਵੇ ਨੂੰ। ਇਹਨਾਂ ਦਾ ਉਚਾਰਨ ਸਰਕਮਾ, ਜਈਆ, ਵਾਵਾ, ਸਰਕਮਾ, ਪਰ ਕਿਤੇ ਕਿਤੇ ਇਹ ਵਿਅੰਜਨਾਂ ਵਿੱਚ ਵੀ ਬਦਲ ਜਾਂਦੇ ਨੇ, ਭਾਵ ਕਿ ਕਿਤੇ ਇਹ ਸਵਰ ਬਣ ਜਾਂਦੇ ਨੇ ਜਿਵੇਂ ਅਰਧ ਸਵਰ ਨੇ, ਠੀਕ ਆ, ਕਿਤੇ ਕਿਤੇ ਇਹ ਵਿਅੰਜਨ ਬਣ ਜਾਂਦੇ, ਤਾਂ ਇਹਨਾਂ ਨੂੰ ਕਹਿੰਦੇ ਨੇ ਵੀ ਇਹ ਸਰਕ ਕੇ, ਠੀਕ ਆ, ਖਿਸਕ ਜਾਂਦੇ ਨੇ ਆਪਣੀ ਜਗ੍ਹਾ ਤੋਂ ਕਦੇ ਇਹ ਵਿਅੰਜਨ ਬਣ ਜਾਂਦੇ ਨੇ, ਕਦੇ ਇਹ ਸਵਰ ਬਣ ਜਾਂਦੇ ਨੇ, ਜਿਵੇਂ ਅਰਧ ਸਵਰ 'ਚ ਚਲੇ ਜਾਂਦੇ ਨੇ, ਠੀਕ ਹੈ। ਜਈਏ ਦੇ ਉਚਾਰਨ ਲਈ ਜੀਭ ਪਹਿਲਾਂ ਈ ਵਾਲੀ ਸਥਿਤੀ ਉੱਤੇ ਆਉਂਦੀ ਹੈ, ਫਿਰ ਉਚਾਰਨ ਹੁੰਦੇ ਹੀ ਅਗਲੀ ਸਥਿਤੀ ਦੇ ਵਿੱਚ ਜਾਂਦੀ ਹੈ। ਜਈਏ ਦੇ ਆਰੰਭ ਦੇ ਵਿੱਚ ਬੁੱਲ ਖਿਲਰਦੇ ਨੇ ਜਈਆ, ਪਰ ਜੇ ਇਸ ਤੋਂ ਕੋਈ ਗੋਲ ਸਵਰ ਆ ਜਾਵੇ ਤਾਂ ਬੁੱਲਾਂ ਦੇ ਵਿੱਚ ਗੁਲਾਈ ਹੈ, ਭਾਵ ਤੁਸੀਂ ਇੰਨਾ ਯਾਦ ਨਹੀਂ ਕਰਨਾ, ਤੁਸੀਂ ਸਿਰਫ ਇੰਨਾ ਕਰਨਾ ਵੀ ਜਈਏ ਤਾਂ ਵਾਵਾ ਜਿਹੜੇ ਕਿ ਸਰਕਮੇ ਵਿਅੰਜਨ ਨੇ, ਕਿਉਂਕਿ ਇਹ ਕਦੇ ਸਵਰ ਬਣ ਜਾਂਦੇ ਨੇ ਤੇ ਕਦੇ ਇਹ ਵਿਅੰਜਨ ਵਿੱਚ ਬਦਲ ਜਾਂਦੇ ਨੇ, ਜਈਏ ਤੇ ਵਾਵਾ। ਇੱਕ ਤੁਸੀਂ ਟ੍ਰਿਲ ਤੇ ਫਲੈਪ ਵੀ ਯਾਦ ਰੱਖਣਾ, ਫਲੈਪ ਧੁਨੀਆਂ ਦੇ ਉਚਾਰਨ ਸਮੇਂ ਚੁਸਤ ਉਚਾਰਨ ਭਾਵ ਕਿ ਆਪਣੇ ਬੁੱਲ, ਹੇਠਲਾ ਜਵਾੜਾ ਤੇ ਜੀਭ, ਠੀਕ ਹੈ, ਇਹ ਉਚਾਰਨ ਸਥਾਨ ਨੂੰ ਇੱਕਦਮ ਛੋਹ ਕੇ ਆਪਣੀ ਫਿਰ ਤੋਂ ਸਥਿਤੀ ਦੇ ਵਿੱਚ ਵਾਪਸ ਆ ਜਾਂਦੇ ਨੇ, ਤਾਂ ਉਹਨੂੰ ਟ੍ਰਿਲ ਤੇ ਫਲੈਪ ਧੁਨੀ ਕਹਿੰਦੇ ਨੇ। ਤੇ ਪੰਜਾਬੀ ਦੇ ਵਿੱਚ ਉਲਟੀ ਜੀਵੀ ਫਲੈਪ ਧੁਨੀ ਆ ਤੇ ਰਾਰਾ ਟ੍ਰਿਲ ਧੁਨੀ ਆ, ਇਸ ਦੇ ਵਿੱਚ ਚੁਸਤ ਉਚਾਰਨ ਸਥਾਨ ਨੂੰ ਵਾਰ-ਵਾਰ ਛੋਹਦਾ, ਠੀਕ ਹੈ। ਹਾਂਜੀ, ਹੁਣ ਤੁਸੀਂ ਆਹ ਚਾਰਟ ਯਾਦ ਰੱਖਣਾ, ਚਾਰਟ ਜ਼ਰੂਰ ਪੇਪਰ ਦੇ ਵਿੱਚ ਬਣਾਉਣਾ ਤੁਸੀਂ, ਤਾਂ ਤੁਹਾਨੂੰ ਬਹੁਤ ਵਧੀਆ ਮਾਰਕਸ ਆ ਜਿਹੜੇ ਕਿ ਆਉਣਗੇ। ਚਾਰਟ ਦੇਖੋ, ਇਹ ਵਾਲਾ ਚਾਰਟ ਹੈ, ਠੀਕ ਹੈ, ਇਹਨੂੰ ਮੈਂ ਤੁਹਾਨੂੰ ਦੱਸਦੀ ਕਿਵੇਂ ਬਣਾਉਣਾ। ਤੁਸੀਂ ਉੱਪਰ ਲਿਖਣੇ ਨੇ ਡਕਮੇ ਵਿਅੰਜਨ, ਠੀਕ ਹੈ, ਡਕਮੇ ਵਿਅੰਜਨ, ਫਿਰ ਤੁਸੀਂ ਥੋੜ੍ਹਾ ਜਿਹਾ ਛੱਡ ਕੇ ਫਿਰ ਅਡਕਮੇ ਵਿਅੰਜਨ, ਫਿਰ ਇਹਨਾਂ ਦੇ ਵਿੱਚੋਂ ਇੱਕ ਕੰਠੀ ਵਾਲੀ ਲਾਈਨ ਬਣਾਉਣੀ, ਇੱਕ ਤਾਲਵੀ, ਇੱਕ ਉਲਟੀ ਜੀਵੀ ਮੁਰਦਨੀ, ਇੱਕ ਦੰਤੀ, ਹੋਠੀ, ਗਲੋਟਨ, ਠੀਕ ਹੈ। ਇਹ ਬਣਾਉਣ ਤੋਂ ਬਾਅਦ ਤੁਸੀਂ ਇੱਧਰ ਅਘੋਸ਼ ਅਲਪ ਪ੍ਰਾਣ ਲਿਖਣਾ, ਅਘੋਸ਼ ਮਹਾਪ੍ਰਾਣ ਲਿਖਣਾ,
ਸ਼ਕੋਸ਼ ਮਹਾਪ੍ਰਾਣ ਲਿਖਣਾ ਹੈ, ਠੀਕ ਹੈ। ਤਾਂ ਕੰਠੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕੱਕੇ ਵਾਲੀ ਲਾਈਨ ਕੰਠੀ, ਤੱਤੇ ਤਾਲਵੀ ਦੇ ਵਿੱਚ ਚੱਚੇ ਵਾਲੀ ਲਾਈਨ, ਤਾਲਵੀ ਦੇ ਵਿੱਚ ਚੱਚੇ ਵਾਲੀ ਲਾਈਨ, ਤੇ ਉਲਟੀ ਜੀਵੀ ਦੇ ਵਿੱਚ ਜਦੋਂ ਆਪਣੀ ਜੀਭ ਉਲਟ ਜਾਂਦੀ ਹੈ ਟੈਂਕੇ ਵਾਲੀ ਲਾਈਨ ਆ, ਦੰਤੀ ਦੇ ਵਿੱਚ ਆਪਣੀ ਜੀਭ ਦੰਦਾਂ ਨਾਲ ਛੂੰਹਦੀ ਹੈ ਤੱਤੇ ਵਾਲੀ ਲਾਈਨ ਆ ਗਈ। ਹੋਠੀ 'ਚ ਜਿਹੜੇ ਕਿ ਆਪਣੇ ਦੋਨੇ ਹੋਠ ਬੁੱਲ ਟੱਚ ਕਰਦੇ ਨੇ, ਠੀਕ ਹੈ। ਗਲੋਟਲ ਸੁਰ ਜੰਤਰੀ ਘੰਡੀ ਤੁਹਾਨੂੰ ਦੱਸੇ ਸੀ ਕਿ ਹਾਹਾ, ਠੀਕ ਹੈ। ਅੱਗੇ ਫਿਰ ਤੁਸੀਂ ਅਡਕਵੇਂ ਵਿਅੰਜਨਾਂ ਦੇ ਵਿੱਚ ਉਸੇ ਲਾਈਨ ਨੂੰ ਕੱਕੇ ਵਾਲੀ ਲਾਈਨ ਦੇ ਵਿੱਚੋਂ ਪਹਿਲੇ 3-3 ਅੱਖਰ ਲਿਖ ਕੇ ਉਸ ਤੋਂ ਬਾਅਦ ਜਿਹੜੇ ਅਗਲੇ ਆਪਾਂ ਤੁਸੀਂ ਕਿਵੇਂ ਲਿਖਣੇ ਨੇ, ਨਾਸਕੀ, ਪਾਰਸ਼ਵਿਕ, ਟ੍ਰਿਲ, ਫਲੈਪ, ਕੰਬਵਾ, ਫਟਕਮਾ, ਸੰਘਰਸ਼ੀ, ਖੈਵੇਂ, ਇਹ ਬਣਾਉਣੇ ਨੇ, ਠੀਕ ਹੈ। ਸਰਕਵੇਂ ਤਾਂ ਇਹਦੇ ਵਿੱਚ ਫਿਰ ਤੁਸੀਂ ਜਿਹੜੇ ਕਿ ਕੰਠੀ ਵਾਲੇ 'ਚ ਜਿਹੜੇ ਕਿ ਅੰਕਾ ਆ ਜਾਊਗਾ ਨਾਸਕੀ ਦੇ ਵਿੱਚ, ਇਆਂ ਆ ਜਾਊਗਾ ਜਿਹੜੇ ਕਿ ਤਾਲਵੀ ਦੇ ਵਿੱਚ, ਨਾਣਾ ਆ ਜਾਊਗਾ ਉਲਟ ਜੀਵੀ ਦੇ ਵਿੱਚ, ਠੀਕ ਹੈ। ਦੰਤੀ ਦੇ ਵਿੱਚ ਨੰਨਾ ਆ ਜਾਊਗਾ ਤੇ ਹੋਠੀ ਦੇ ਵਿੱਚ ਮੰਮਾ ਆ ਜਾਊਗਾ, ਠੀਕ ਹੈ। ਇਹ ਹੋ ਜਾਣਗੇ ਦੇਖੋ ਇੱਧਰੋਂ ਇਹ ਲਾਈਨ ਬਣ ਗਈ, ਇਹ ਨਾਸਕੀ ਦੇ ਨੇ। ਨਾਸਕੀ ਦੇ ਭਾਵ ਕਿ ਲਾਸਟ ਵਾਲਾ ਪੰਜਵਾਂ ਅੱਖਰ, ਠੀਕ ਹੈ, ਉਹ ਨਾਸਕੀ ਵਿਅੰਜਨ ਆ ਜਾਊਗਾ। ਇੱਧਰੋਂ ਤੁਹਾਡਾ ਨਾਸਕੀ ਵਾਲਾ ਬਣ ਜਾਊਗਾ ਇਹ। ਤੇ ਉੱਪਰਲੀ ਸਾਈਡੋਂ ਜੇ ਆਪਾਂ ਦੇਖਾਂਗੇ ਆਪਾਂ ਕੰਠੀ 'ਚ ਇਹ ਲਾਈਨ ਆ ਗਈ, ਤਾਲਵੀ 'ਚ ਇਹ ਆ ਗਈ, ਮੁਰਦਨੀ ਉਲਟ ਜੀਵੀ 'ਚ ਇਹ ਆ ਗਈ, ਦੰਤੀ 'ਚ, ਹੋਠੀ 'ਚ, ਠੀਕ ਹੈ। ਫਿਰ ਤੁਸੀਂ ਪਾਰਸ਼ਵਿਕ ਫਿਲ ਕਰਨਾ, ਲੱਲਾ ਜਿਹੜੇ ਕਿ ਇੱਕ ਲੱਲੇ ਪੈਰ ਬਿੰਦੀ, ਇਹ ਉਲਟ ਜੀਵੀ 'ਚ, ਠੀਕ ਹੈ, ਤੇ ਇੱਕ ਦੰਤੀ ਦੇ ਵਿੱਚ। ਫਿਰ ਟ੍ਰਿਲ ਫਲੈਪ ਤੁਸੀਂ ਰਾੜਾ ਉਲਟ ਜੀਵੀ ਦੇ ਵਿੱਚ ਤੇ ਇੱਕ ਰਾਰਾ ਦੰਤੀ ਦੇ ਵਿੱਚ ਆ ਜਾਊਗਾ। ਫਿਰ ਕੰਬਵ ਦੇ ਵਿੱਚ ਰਾਰਾ ਦੰਤੀ ਦੇ ਵਿੱਚ ਆ ਜਾਊਗਾ। ਫਟਕਮਾ ਰਾੜਾ, ਠੀਕ ਹੈ, ਰਾੜਾ ਕਿਹੜੀ ਵਾਲੀ 'ਚ ਆ ਜਾਊਗਾ, ਉਲਟ ਜੀਵੀ 'ਚ ਆ ਜਾਊਗਾ। ਸੰਘਰਸ਼ੀ ਤੇ ਖੈਵੇਂ ਇਹਦੇ ਵਿੱਚ ਸੱਸੇ ਪੈਰ ਬਿੰਦੀ ਸ਼ ਤਾਲਵੀ ਦੇ ਵਿੱਚ, ਸੱਸਾ ਦੰਤੀ ਦੇ ਵਿੱਚ, ਸੱਸਾ, ਠੀਕ ਹੈ, ਤੇ ਹਾਹਾ ਗਲੋਟਲ ਦੇ ਵਿੱਚ ਆ ਗਿਆ। ਸਰਕਮ ਦੇ ਵਿੱਚ ਜਈਆ ਵਾਵਾ, ਇੱਧਰੋਂ ਇਹ ਵਾਵਾ ਜਿਹੜੇ ਕਿ ਹੋਠੀ ਦੇ ਵਿੱਚ ਬਾਬਾ, ਠੀਕ ਹੈ, ਤੇ ਜਈਆ ਜਿਹੜੇ ਕਿ ਆ ਜਾਊਗਾ ਤਾਲਵੀ ਦੇ ਵਿੱਚ। ਸੋ ਇਹ ਐਵੇਂ ਚਾਰਟ ਆ ਜਿਹੜੇ ਕਿ ਤੁਸੀਂ ਉਸ ਤੋਂ ਬਾਅਦ ਇਹਨੂੰ ਦਰਸਾ ਦੇਣਾ। ਜੇ ਤੁਹਾਨੂੰ ਦੂਜੇ ਤਰ੍ਹਾਂ ਹੀ ਯਾਦ ਰਹਿੰਦੇ ਨੇ ਤਾਂ ਦੂਜੇ ਤਰ੍ਹਾਂ ਯਾਦ ਰੱਖ ਲਓ ਵੀ ਉਹ ਉਲਟ ਜੀਵੀ ਕਿਹੜੇ ਨੇ, ਤਾਲਵੀ ਕਿਹੜੇ ਨੇ, ਜਿਵੇਂ ਤੁਹਾਨੂੰ ਠੀਕ ਲੱਗੇ, ਠੀਕ ਹੈ। ਇੱਧਰੋਂ ਤੁਸੀਂ ਨਾਸਕੀ ਯਾਦ ਕਰ ਲਓ, ਨਾਸਕੀ ਇਹ ਵਾਲੇ ਨੇ। ਇਹਨੂੰ ਵੈਸੇ ਤੁਸੀਂ ਬਣਾ ਕੇ ਰੱਖ ਲਓ, ਤੁਹਾਨੂੰ ਇਹਦੇ ਵਿੱਚੋਂ ਇੱਕੋ ਦਮ ਯਾਦ ਕਰਨਾ ਈਜ਼ੀ ਰਹਿ ਜਾਊਗਾ ਵੀ ਨਾਸਕੀ ਕਿਹੜੇ ਨੇ ਤੁਸੀਂ ਯਾਦ ਕਰ ਸਕਦੇ ਹੋ, ਪਾਰਸ਼ਵੀ ਕਿਹੜੇ ਨੇ ਐਵੇਂ, ਠੀਕ ਹੈ। ਤੇ ਇੱਧਰੋਂ ਕੰਠੀ ਕਿਹੜੇ ਨੇ ਐਵੇਂ ਯਾਦ ਰੱਖ ਸਕਦੇ ਹੋ, ਤਾਲਵੀ ਕਿਹੜੇ ਨੇ ਐਵੇਂ ਯਾਦ ਰੱਖ ਸਕਦੇ ਹੋ। ਸੋ ਇਹ ਸੀ ਤੁਹਾਡੇ ਜਿਹੜੇ ਕਿ ਖੰਡੀ ਧੁਨੀਆਂ ਆਪਾਂ ਬਾਅਦ ਚੋਂ ਕਰਾਂਗੇ। ਖੰਡੀ ਧੁਨੀਆਂ ਦੇ ਵਿੱਚੋਂ ਜਿਹੜੇ ਕਿ ਆਪਾਂ ਨੇ ਅੱਜ ਟੌਪਿਕ ਕੀਤਾ ਵਿਅੰਜਨ ਧੁਨੀਆਂ ਵਾਲਾ, ਤੇ ਕੱਲ੍ਹ ਆਪਾਂ ਨੇ ਕੀਤਾ ਸੀ ਜਿਹੜੇ ਕਿ ਸਵਰ ਧੁਨੀਆਂ ਵਾਲਾ। ਉਹਦਾ ਲਿੰਕ ਵੀ ਮੈਂ ਕਮੈਂਟ ਬਾਕਸ ਦੇ ਵਿੱਚ ਪਿਨ ਕਰ ਦੂੰਗੀ। ਥੈਂਕਸ। ਜੇ ਫਿਰ ਵੀ ਨਹੀਂ ਸਮਝ ਲੱਗੀ ਤੁਸੀਂ ਕਮੈਂਟ ਕਰ ਸਕਦੇ ਹੋ, ਆਪਾਂ ਤੁਹਾਨੂੰ ਫਿਰ ਤੋਂ ਦੁਬਾਰਾ ਜਿਹੜੀ ਕਿ ਅੱਛੇ ਢੰਗ ਦੇ ਨਾਲ ਸਮਝਾ ਦਾਂਗੇ। ਥੈਂਕਸ ਵਨਸ ਅਗੇਨ।